ओशो ਦਾ ਪ੍ਰਵਚਨ ਹੈ, ਮੈਂ ਕੋਈ ਵਿਚਾਰਕ ਨਹੀਂ ਹਾਂ। ਅਜਿਹਾ ਲੱਗਦਾ ਹੈ ਕਿ ਕਿਤੇ ਕੋਈ ਭੁੱਲ ਹੋ ਗਈ ਹੈ। ਮੈਂ ਕੋਈ ਵਿਚਾਰਕ ਨਹੀਂ ਹਾਂ ਤੇ ਅਜਿਹਾ ਵੀ ਮੈਂ ਨਹੀਂ ਮੰਨਦਾ ਕਿ ਵਿਚਾਰਕਾਂ ਨਾਲ ਕੋਈ ਜਗਤ ਨੂੰ ਲਾਭ ਹੋਇਆ ਹੈ। ਮਨੁੱਖ ਦੇ ਜੀਵਨ 'ਚ ਜਿੰਨੇ ਝਗੜੇ ਤੇ ਫਸਾਦ ਹੋਏ ਹਨ, ਉਸ ਦਾ ਕਾਰਨ ਵਿਚਾਰਕ ਹਨ ਤੇ ਮਨੁੱਖ ਦੇ ਜੀਵਨ 'ਚ ਜੀਵਨ ਨੂੰ ਜਿਉਣ ਦੀ ਜੋ ਸਮਰੱਥਾ ਘੱਟ ਹੋਈ ਹੈ, ਉਹਦਾ ਕਾਰਨ ਵੀ ਵਿਚਾਰਕ ਹਨ। ਪਤਾ ਨਹੀਂ ਇਤਿਹਾਸ ਦੇ ਕਿਸ ਬਦਕਿਸਮਤ ਪਲ ਆਦਮੀ ਨੂੰ ਇਹ ਖਿਆਲ ਆ ਗਿਆ ਕਿ ਵਿਚਾਰ ਦੁਆਰਾ ਜੀਵਨ ਜੀਵਿਆ ਜਾ ਸਕਦਾ ਹੈ। ਜੀਵਨ 'ਚ ਜੋ ਵੀ ਸ੍ਰੇਸ਼ਟ ਹੈ ਉਹ ਵਿਚਾਰ ਤੋਂ ਪ੍ਰਾਪਤ ਨਹੀਂ ਹੁੰਦਾ। ਨਾ ਸੌਂਦਰਯ, ਨਾ ਸੱਚ, ਨਾ ਪ੍ਰੇਮ। ਵਿਚਾਰ ਇੱਕ ਧੋਖਾ ਹੈ। ਮੈਂ ਸੁਣਿਆ ਹੈ ਰਵਿੰਦਰ ਨਾਥ ਇੱਕ ਰਾਤ ਇੱਕ ਕਿਸ਼ਤੀ 'ਚ ਯਾਤਰਾ ਕਰ ਰਹੇ ਸਨ। ਪੂਰਨਮਾਸ਼ੀ ਦੀ ਰਾਤ ਸੀ ਤੇ ਪੂਰਾ ਚੰਨ ਆਕਾਸ਼ ਵਿੱਚ ਸੀ। ਆਪਣੀ ਛੋਟੀ ਜਿਹੀ ਕਿਸ਼ਤੀ ਦੀ ਛੋਟੀ ਜਿਹੀ ਝੁੱਗੀ ਵਿੱਚ ਇੱਕ ਛੋਟੀ ਜਿਹੀ ਮੋਮਬੱਤੀ ਬਾਲ ਕੇ ਇੱਕ ਕਿਤਾਬ ਪੜ੍ਹ ਰਹੇ ਸਨ। ਉਹ ਕਿਤਾਬ ਐਸਥੈਟਿਕਸ ਦੀ ਸੀ, ਸੌਂਦਰਯ ਸ਼ਾਸਤਰ ਉੱਤੇ ਸੀ। ਅੱਧੀ ਰਾਤ ਤੱਕ ਉਹ ਕਿਤਾਬ ਪੜ੍ਹਦੇ ਰਹੇ। ਸੌਂਦਰਯ ਕੀ ਹੈ? ਫਿਰ ਅੱਕ ਗਏ। ਕਿਤਾਬ ਨੂੰ ਬੰਦ ਕਰ ਦਿੱਤਾ, ਮੋਮਬੱਤੀ ਨੂੰ ਫੂਕ ਮਾਰ ਕੇ ਬੁਝਾ ਦਿੱਤਾ। ਤਦ ਅਚਾਨਕ ਜਿਵੇਂ ਇੱਕ ਕ੍ਰਾਂਤੀ ਹੋ ਗਈ। ਦੁਆਰ ਦੀਆਂ ਖਿੜਕੀਆਂ ਦੀਆਂ ਕਿਸ਼ਤੀ ਦੀਆਂ ਨਿੱਕੀਆਂ ਨਿੱਕੀਆਂ ਝੀਤਾਂ ਵਿੱਚੋਂ ਚੰਨ ਦੀਆਂ ਕਿਰਨਾਂ ਅੰਦਰ ਆ ਗਈਆਂ। ਮੋਮਬੱਤੀ ਦੀ ਮੱਧਮ ਜਿਹੀ ਰੌਸ਼ਨੀ ਨੇ ਚੰਨ ਨੂੰ ਬਾਹਰ ਰੋਕ ਰੱਖਿਆ ਸੀ। ਰਵਿੰਦਰ ਨਾਥ ਨੱਚਣ ਲੱਗੇ ਤੇ ਉਹਨਾਂ ਨੇ ਦੂਜੇ ਦਿਨ ਕਿਹਾ ਕਿ ਕਿਹੋ ਜਿਹਾ ਬਦਕਿਸਮਤ ਆ ਮੈਂ। ਸੌਂਦਰਯ ਬਾਹਰ ਮੌਜੂਦ ਸੀ। ਸੌਂਦਰਯ ਪੂਰਾ ਸਮਾਂ ਬਾਹਰ ਉਡੀਕ ਕਰਦਾ ਸੀ ਤੇ ਮੈਂ ਸੌਂਦਰਯ ਤੇ ਕਿਤਾਬ ਪੜ੍ਹਦਾ ਰਿਹਾ। ਤੇ ਜਦੋਂ ਮੈਂ ਮੋਮਬੱਤੀ ਬੁਝਾ ਦਿੱਤੀ ਤੇ ਕਿਤਾਬ ਬੰਦ ਕਰ ਦਿੱਤੀ ਤਾਂ ਸੌਂਦਰਯ ਮੇਰੇ ਕਮਰੇ ਅੰਦਰ ਆ ਕੇ ਨੱਚਣ ਲੱਗਿਆ। ਉਹ ਬਾਹਰ ਆ ਗਏ। ਉਹਨਾਂ ਨੇ ਚੰਨ ਨੂੰ ਦੇਖਿਆ, ਝੀਲ ਨੂੰ ਦੇਖਿਆ, ਉਸ ਰਾਤ ਦੇ ਸੰਨਾਟੇ ਨੂੰ ਦੇਖਿਆ। ਸੌਂਦਰਯ ਉੱਥੇ ਮੌਜੂਦ ਸੀ, ਲੇਕਿਨ ਕਿਤਾਬ 'ਚ ਸਿਰਫ ਵਿਚਾਰ ਮੌਜੂਦ ਸਨ। ਕਿਤਾਬ 'ਚ ਸਿਰਫ ਵਿਚਾਰ ਹੀ ਹੋ ਸਕਦੇ ਹਨ, ਸੌਂਦਰਯ ਨਹੀਂ ਹੋ ਸਕਦਾ। ਵਿਚਾਰਕ ਕੋਲ ਵੀ ਸਿਰਫ ਵਿਚਾਰ ਹੀ ਹੁੰਦੇ ਹਨ, ਸੱਚ ਨਹੀਂ ਹੁੰਦਾ। ਨਾ ਸੌਂਦਰਯ ਹੁੰਦਾ, ਨਾ ਪ੍ਰੇਮ ਹੁੰਦਾ ਹੈ ਤੇ ਵਿਚਾਰ ਸਿਵਾਏ ਸ਼ਬਦਾਂ ਦੇ ਜੋੜ ਦੇ ਹੋਰ ਕੁਝ ਵੀ ਨਹੀਂ। ਸਭ ਵਿਚਾਰ ਬੇਹੀ ਹਨ, ਸਭ ਵਿਚਾਰ ਉਧਾਰੇ ਹਨ। ਕੋਈ ਵਿਚਾਰ ਮੌਲਿਕ ਨਹੀਂ ਹੁੰਦਾ, ਕੋਈ ਵਿਚਾਰ ਮੌਲਿਕ ਹੋ ਵੀ ਨਹੀਂ ਸਕਦਾ। ਮੌਲਿਕ ਹੁੰਦੀ ਹੈ ਸੋਝੀ ਤੇ ਸੋਝੀ ਹੁੰਦੀ ਹੈ ਨਿਰਵਿਚਾਰ। ਬੜੀ ਪੁਰਾਣੀ ਭੁੱਲ ਹੈ, ਉਸੇ ਭੁੱਲ 'ਚ ਮੈਨੂੰ ਵੀ ਬੁਲਾ ਲਿਆ ਹੈ। ਉਹ ਭੁੱਲ ਇਹ ਹੈ, ਅਸੀਂ ਮਹਾਂਵੀਰ ਨੂੰ ਵੀ ਵਿਚਾਰਕ ਕਹਿੰਦੇ ਹਾਂ। ਮਹਾਂਵੀਰ ਵਿਚਾਰਕ ਨਹੀਂ ਹਨ। ਮਹਾਂਵੀਰ ਜੋ ਕੁਝ ਵੀ ਹਨ ਉਹ ਵਿਚਾਰ ਨੂੰ ਛੱਡ ਕੇ ਹਨ। ਬੁੱਧ ਨੂੰ ਵੀ ਵਿਚਾਰਕ ਕਹਿੰਦੇ ਹਾਂ, ਬੁੱਧ ਵੀ ਵਿਚਾਰਕ ਨਹੀਂ ਹਨ। ਬੁੱਧ ਜੋ ਕੁਝ ਵੀ ਹਨ ਵਿਚਾਰ ਤੋਂ ਪਾਰ ਜਾ ਕੇ ਹਨ। ਜਿਨ੍ਹਾਂ ਨੂੰ ਅਸੀਂ ਵਿਚਾਰਕ ਕਹਿੰਦੇ ਹਾਂ ਉਹਨਾਂ ਵਿੱਚੋਂ ਬਹੁਤੇ ਸਾਰੇ ਲੋਕ ਵਿਚਾਰਕ ਨਹੀਂ ਹਨ। ਜਿਨ੍ਹਾਂ ਨੇ ਇਸ ਜਗਤ ਨੂੰ ਕੁਝ ਦਿੱਤਾ ਉਹਨਾਂ ਨੇ ਵਿਚਾਰ ਨਾਲ ਨਹੀਂ ਦਿੱਤਾ, ਵਿਚਾਰ ਤੋਂ ਪਾਰ ਲਿਆ ਕੇ ਦਿੱਤਾ ਹੈ। ਵਿਚਾਰ ਵਾਹਨ ਹੋ ਸਕਦਾ ਹੈ, ਪ੍ਰਗਟਾਵੇ ਦਾ, ਹਾਸਲ ਕਰਨ ਦਾ ਮਾਰਗ ਨਹੀਂ ਹੈ। ਲੇਕਿਨ ਕੁਝ ਲੋਕ ਸਿਰਫ ਵਿਚਾਰਕ ਹਨ। ਉਹਨਾਂ ਕੋਲ ਸਿਵਾਏ ਸ਼ਬਦਾਂ ਦੇ ਸੰਗ੍ਰਹਿ ਦੇ ਕੁਝ ਵੀ ਨਹੀਂ ਹੈ ਤੇ ਉਹਨਾਂ ਸ਼ਬਦਾਂ ਦੇ ਸੰਗ੍ਰਹਿ ਨੂੰ ਉਹਨਾਂ ਨੇ ਜੀਵਨ ਸਮਝਿਆ ਹੋਇਆ ਹੈ। ਇਸ ਲਈ ਵਿਚਾਰਕ ਮਰਨ ਤੋਂ ਬਹੁਤ ਪਹਿਲਾਂ ਮਰ ਜਾਂਦਾ ਹੈ। ਉਹਦੇ ਕੋਲ ਸ਼ਬਦਾਂ ਦੀਆਂ ਲਾਸ਼ਾਂ ਦੇ ਸਿਵਾ ਕੋਈ ਜੀਵਨ ਨਹੀਂ ਹੁੰਦਾ। ਇੱਕ ਫਕੀਰ ਸੀ ਤੇ ਫਕੀਰ ਬਹੁਤ ਅਜੀਬ ਆਦਮੀ ਸਨ। ਉਹਨਾਂ ਨੇ ਵਿਚਾਰਕਾਂ ਉੱਤੇ ਬੜਾ ਵਿਅੰਗ ਕੀਤਾ, ਲੇਕਿਨ ਵਿਚਾਰਕ ਇੰਨੇ ਘੱਟ ਸਮਝਦਾਰ ਹੁੰਦੇ ਹਨ ਕਿ ਵਿਚਾਰ ਦੇ ਉੱਤੇ ਕੀਤੇ ਗਏ ਵਿਅੰਗ ਵੀ ਉਹਨਾਂ ਦੀ ਪਕੜ 'ਚ ਨਹੀਂ ਆਉਂਦੇ। ਉਹ ਫਕੀਰ ਇੱਕ ਦਿਨ ਘਰ ਪਰਤ ਰਿਹਾ ਸੀ ਤੇ ਕਿਸੇ ਦੋਸਤ ਨੇ ਉਹਨੂੰ ਕੁਝ ਮਾਸ ਭੇਟ ਕਰ ਦਿੱਤਾ, ਨਾਲ ਹੀ ਇੱਕ ਕਿਤਾਬ ਵੀ ਦੇ ਦਿੱਤੀ। ਕਿਤਾਬ 'ਚ ਮਾਸ ਨੂੰ ਬਣਾਉਣ ਦਾ ਤਰੀਕਾ ਲਿਖਿਆ ਸੀ। ਉਹ ਇੱਕ ਕੱਛ 'ਚ ਇੱਕ ਕਿਤਾਬ ਨੂੰ ਦਬਾਈ, ਦੂਜੇ ਹੱਥ 'ਚ ਮਾਸ ਲੈ ਕੇ ਘਰ ਨੂੰ ਭੱਜਿਆ। ਇੱਕ ਇੱਲ ਨੇ ਝਪਟਾ ਮਾਰਿਆ, ਉਹਦੇ ਮਾਸ ਨੂੰ ਖੋਹ ਕੇ ਲੈ ਗਈ। ਉਸ ਫਕੀਰ ਨੇ ਇੱਲ ਨੂੰ ਕਿਹਾ ਕਿ ਮੂਰਖ ਹੈ ਤੂੰ, ਬਣਾਉਣ ਦਾ ਤਰੀਕਾ ਤਾਂ ਮੇਰੇ ਕੋਲ ਹੈ, ਤੂੰ ਮਾਸ ਦਾ ਕੀ ਕਰੇਂਗੀ। ਉਹ ਘਰ ਪਹੁੰਚਿਆ, ਉਹਨੇ ਪਤਨੀ ਨੂੰ ਕਿਹਾ, ਦੇਖੀ ਤਾਂ ਇੱਕ ਮੂਰਖ ਇੱਲ ਮੇਰੇ ਕੋਲੋਂ ਮਾਸ ਖੋਹ ਕੇ ਲੈ ਗਈ ਹੈ ਤੇ ਕਿਤਾਬ ਮੇਰੇ ਕੋਲ ਹੈ ਜਿਸ 'ਚ ਤਰੀਕਾ ਲਿਖਿਆ ਬਣਾਉਣ ਦਾ। ਇੱਲ ਮਾਸ ਦਾ ਕੀ ਕਰੇਗੀ।
ਉਹਦੀ ਪਤਨੀ ਨੇ ਕਿਹਾ, ਤੁਸੀਂ ਵਿਚਾਰਕ ਲੱਗਦੇ ਹੋ। ਇੱਲ ਨੂੰ ਕਿਤਾਬ ਨਾਲ ਮਤਲਬ ਨਹੀਂ, ਇੱਲ ਨੂੰ ਮਾਸ ਬਣਾਉਣ ਦੇ ਤਰੀਕੇ ਨਾਲ ਮਤਲਬ ਨਹੀਂ। ਤੁਸੀਂ ਕਿਤਾਬ ਬਚਾ ਲਿਆਏ ਤੇ ਮਾਸ ਛੱਡ ਆਏ। ਚੰਗਾ ਹੁੰਦਾ ਕਿਤਾਬ ਇੱਲ ਨੂੰ ਦੇ ਆਉਂਦੇ, ਮਾਸ ਘਰ ਲੈ ਆਉਂਦੇ। ਲੇਕਿਨ ਵਿਚਾਰਕ ਹਜ਼ਾਰਾਂ ਸਾਲਾਂ ਤੋਂ ਕਿਤਾਬ ਬਚਾਉਂਦਾ ਚਲਾ ਆ ਰਿਹਾ ਹੈ ਤੇ ਜ਼ਿੰਦਗੀ ਨੂੰ ਛੱਡਦਾ ਚਲਾ ਜਾ ਰਿਹਾ ਹੈ। ਇਸ ਲਈ ਦੁਨੀਆ 'ਚ ਜਿੰਨਾ ਵਿਚਾਰ ਵੱਧ ਗਿਆ ਉਨਾ ਜੀਵਨ ਘੱਟ ਤੇ ਨਿਗੂਣਾ ਹੋ ਗਿਆ। ਦੁਨੀਆ 'ਚ ਜਿੰਨਾ ਵਿਚਾਰ ਰੋਜ਼ ਵੱਧਦਾ ਜਾ ਰਿਹਾ, ਆਦਮੀ ਉਨਾ ਉਦਾਸ, ਪਰੇਸ਼ਾਨ ਤੇ ਹੈਰਾਨ ਹੁੰਦਾ ਚਲਾ ਜਾ ਰਿਹਾ, ਕਿਉਂਕਿ ਜ਼ਿੰਦਗੀ ਦਾ ਸਾਰਾ ਅਰਥ ਗੁੰਮਦਾ ਜਾ ਰਿਹਾ। ਜ਼ਿੰਦਗੀ ਦਾ ਜੋ ਰਸ ਹੈ, ਜ਼ਿੰਦਗੀ ਦਾ ਜੋ ਵੀ ਅਰਥ ਹੈ, ਉਹ ਜਿਉਣ ਤੋਂ ਮਿਲਦਾ ਹੈ, ਵਿਚਾਰ ਕਰਨ ਨਾਲ ਨਹੀਂ। ਤੇ ਇਹ ਸਬਸਟੀਟਿਊਟ ਬਣ ਜਾਂਦਾ ਹੈ ਕਿ ਅਸੀਂ ਜਿਉਣਾ ਛੱਡ ਦਿੰਦੇ ਹਾਂ ਤੇ ਵਿਚਾਰ ਕਰਨ ਨੂੰ ਫੜ ਲੈਂਦੇ ਹਾਂ। ਮੈਂ ਇੱਕ ਫੁੱਲ ਕੋਲ ਜਾਵਾਂ ਤੇ ਬੈਠ ਕੇ ਸੋਚਣ ਲੱਗਾ ਤਾਂ ਮੈਂ ਇੱਕ ਵਿਚਾਰਕ ਹਾਂ, ਲੇਕਿਨ ਫੁੱਲ ਦੇ ਸਬੰਧ 'ਚ ਜੋ ਬੈਠ ਕੇ ਸੋਚ ਰਿਹਾ ਹੈ ਉਹ ਫੁੱਲ ਨੂੰ ਜਾਣਨ ਤੋਂ ਵਾਂਝਾ ਰਹਿ ਜਾਏਗਾ। ਵਿਚਾਰ ਦੀ ਇੱਕ ਕੰਧ ਖੜੀ ਹੋ ਜਾਏਗੀ। ਫੁੱਲ ਉਸ ਪਾਰ ਹੋਏਗਾ, ਮੈਂ ਇਸ ਪਾਰ ਹੋਵਾਂਗਾ। ਸਭ ਵਿਚਾਰਕਾਂ ਦੇ ਆਸੇ ਪਾਸੇ ਵਿਚਾਰਾਂ ਦੀ ਇੱਕ ਕੰਧ ਬਣ ਜਾਂਦੀ ਹੈ, ਵਾਦ ਦੀ, ਸ਼ਾਸਤਰ ਦੀ, ਆਈਡੀਓਲੋਜੀ ਦੀ, ਤੇ ਉਹ ਆਪਣੀ ਹੀ ਕੰਧ 'ਚ ਬੰਦ ਹੋ ਜਾਂਦੇ ਹਨ। ਬਾਹਰ ਦੀ ਦੁਨੀਆ ਨਾਲ ਉਹਨਾਂ ਦੇ ਜੀਵਨ ਦਾ ਸਾਰਾ ਸੰਬੰਧ ਟੁੱਟ ਜਾਂਦਾ ਹੈ। ਉਹ ਜੋ ਫੁੱਲ ਹੈ ਉਹ ਬਾਹਰ ਬੁਲਾਉਂਦਾ ਰਹੇਗਾ ਕਿ ਆਓ, ਲੇਕਿਨ ਵਿਚਾਰਕ ਵਿਚਾਰ ਕਰਦਾ ਰਹੇਗਾ। ਜੇ ਫੁੱਲ ਨੂੰ ਜਾਣਨਾ ਹੋਵੇ ਤਾਂ ਫੁੱਲ ਕੋਲ ਬੈਠ ਕੇ ਸੋਚਣ ਦੀ ਜ਼ਰੂਰਤ ਨਹੀਂ, ਫੁੱਲ ਕੋਲ ਬੈਠ ਕੇ ਸੋਚਣਾ ਛੱਡ ਦੇਣ ਦੀ ਜ਼ਰੂਰਤ ਹੈ ਤਾਂ ਕਿ ਫੁੱਲ ਅੰਦਰ ਦਾਖਲ ਹੋ ਜਾਏ। ਮੇਰੀ ਆਤਮਾ ਤੇ ਫੁੱਲ ਦੀ ਆਤਮਾ ਕਿਸੇ ਥਾਂ ਉੱਤੇ ਮਿਲ ਸਕਣ। ਵਿਚਾਰ ਕਦੀ ਵੀ ਨਹੀਂ ਮਿਲਣ ਦਿੰਦਾ ਤੇ ਇਸ ਲਈ ਦੁਨੀਆ 'ਚ ਜਿੰਨਾ ਵਿਚਾਰ ਵੱਧਦਾ ਹੈ ਉਨਾ ਆਦਮੀ ਤੋਂ ਅਲੱਗ ਹੁੰਦੇ ਚਲੇ ਜਾਂਦੇ ਹੈ। ਦੁਨੀਆ 'ਚ ਜਿੰਨੇ ਝਗੜੇ ਹੈ ਉਹ ਵਿਚਾਰ ਦੇ ਝਗੜੇ ਹੈ, ਕਿਉਂਕਿ ਸਭ ਕੰਧਾਂ ਵਿਚਾਰਾਂ ਦੀਆਂ ਕੰਧਾਂ ਹਨ। ਇੱਕ ਆਦਮੀ ਕਹਿੰਦਾ ਮੈਂ ਮੁਸਲਮਾਨ ਹਾਂ, ਇੱਕ ਆਦਮੀ ਕਹਿੰਦਾ ਮੈਂ ਹਿੰਦੂ ਹਾਂ। ਇੱਕ ਹਿੰਦੂ ਤੇ ਇੱਕ ਮੁਸਲਮਾਨ ਦਰਮਿਆਨ ਫਰਕ ਕੀ ਹੈ? ਖੂਨ ਦਾ ਫਰਕ ਹੈ, ਹੱਡੀਆਂ ਦਾ ਫਰਕ ਹੈ। ਇੱਕ ਹਿੰਦੂ ਤੇ ਇੱਕ ਮੁਸਲਮਾਨ ਵਿਚਕਾਰ ਸਿਰਫ ਵਿਚਾਰ ਦਾ ਫਰਕ ਹੈ। ਮੁਸਲਮਾਨ ਨੇ ਕੁਝ ਵਿਚਾਰ ਫੜ ਲਿਆ, ਹਿੰਦੂ ਨੇ ਕੁਝ ਵਿਚਾਰ ਫੜ ਲਿਆ ਤੇ ਵਿਚਾਰ ਦੀ ਕੰਧ ਹੈ ਤੇ ਤਦ ਵਿਚਾਰ ਇੰਨਾ ਮਹੱਤਵਪੂਰਨ ਹੋ ਸਕਦਾ ਹੈ ਕਿ ਅਸੀਂ ਜੀਵਨ ਦੀ ਹੱਤਿਆ ਕਰ ਦਈਏ ਤੇ ਕਿਤਾਬ ਨੂੰ ਬਚਾ ਲਈਏ, ਵਿਚਾਰ ਨੂੰ ਬਚਾ ਲਈਏ। ਇਹੋ ਹੁੰਦਾ ਜਾ ਰਿਹਾ ਹੈ। ਜੀਵਨ ਰੋਜ਼ ਨਸ਼ਟ ਹੋ ਰਿਹਾ ਹੈ, ਕਿਤਾਬਾਂ ਬਚਦੀਆਂ ਚਲੀਆਂ ਜਾਂਦੀਆਂ ਹਨ, ਨਵੇਂ ਵਿਚਾਰ ਨਵੇਂ ਝਗੜੇ ਲੈ ਆਉਂਦੇ ਹਨ। ਕਮਿਊਨਿਜ਼ਮ ਨਵਾਂ ਵਿਚਾਰ ਹੈ, ਉਹਨੇ ਨਵੇਂ ਝਗੜੇ ਤੇ ਨਵੀਆਂ ਕੰਧਾਂ ਖੜੀਆਂ ਕਰ ਦਿੱਤੀਆਂ ਹਨ। ਕੀ ਇਹ ਨਹੀਂ ਹੋ ਸਕਦਾ ਕਿ ਆਦਮੀ ਆਪਣੀ ਹੋਂਦ ਨੂੰ ਜੀਵੇ, ਵਿਚਾਰੇ ਨਾ? ਇਹ ਹੋ ਸਕਦਾ ਹੈ। ਸਮੁੱਚੇ ਜੀਵਨ ਦੀਆਂ ਡੂੰਘਾਈਆਂ ਹੋਂਦ ਵਿੱਚ ਉਤਰਨ ਨਾਲ ਮਿਲਦੀਆਂ ਹਨ ਤੇ ਜਿਸ ਨੇ ਹੋਂਦ ਵਿੱਚ ਉਤਰਨਾ ਹੈ ਉਹਨੂੰ ਵਿਚਾਰ ਨੂੰ ਛੱਡ ਕੇ ਉਤਰਨਾ ਪੈਂਦਾ ਹੈ। ਮੈਂ ਸੁਣਿਆ ਇੱਕ ਸਮੁੰਦਰ ਦੇ ਕਿਨਾਰੇ ਬਹੁਤ ਵੱਡਾ ਮੇਲਾ ਭਰਿਆ ਹੋਇਆ ਸੀ ਤੇ ਤੱਟ ਉੱਤੇ ਬਹੁਤ ਸਾਰੇ ਲੋਕ ਇਕੱਠੇ ਹੋਏ ਸਨ। ਉਹ ਤੱਟ ਉੱਤੇ ਬੈਠ ਕੇ ਸੋਚਣ ਲੱਗੇ ਕਿ ਸਮੁੰਦਰ ਦੀ ਡੂੰਘਾਈ ਕਿੰਨੀ ਹੈ। ਉਹ ਬੜੇ ਵਿਚਾਰਕ ਲੋਕ ਸਨ। ਉਹਨਾਂ ਨੇ ਤੱਟ ਉੱਪਰ ਬੈਠ ਕੇ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ, ਸਮੁੰਦਰ ਦੀ ਡੂੰਘਾਈ ਕਿੰਨੀ ਹੈ। ਲੇਕਿਨ ਤੱਟ ਉੱਪਰ ਬੈਠ ਕੇ ਕੋਈ ਸਮੁੰਦਰ ਦੀ ਡੂੰਘਾਈ ਨਹੀਂ ਜਾਣ ਸਕਦਾ। ਤੱਟ ਉੱਤੇ ਬੈਠ ਕੇ ਸਮੁੰਦਰ ਦੀ ਡੂੰਘਾਈ ਨੂੰ ਜਾਣਨ ਦਾ ਕੋਈ ਤਰੀਕਾ ਹੀ ਨਹੀਂ ਹੈ। ਸਮੁੰਦਰ ਦੀ ਡੂੰਘਾਈ 'ਚ ਹੀ ਜਾਣਾ ਪਏਗਾ, ਲੇਕਿਨ ਵਿਚਾਰ ਕਰਨ ਵਾਲੇ ਸਦਾ ਤੱਟ ਉੱਤੇ ਬੈਠੇ ਰਹਿ ਜਾਂਦੇ ਹਨ। ਉਹ ਤੱਟ ਉੱਤੇ ਬੈਠ ਕੇ ਬਹੁਤ ਵਿਚਾਰ ਕਰਦੇ ਰਹੇ, ਵਿਵਾਦ ਹੋ ਗਿਆ। ਸਮੁੰਦਰ ਦੀ ਡੂੰਘਾਈ ਦਾ ਕੋਈ ਪਤਾ ਨਾ ਲੱਗਾ, ਲੇਕਿਨ ਵਿਵਾਦ ਤੋਂ ਹੀ ਪਾਰਟੀਆਂ ਤੇ ਕਈ ਸੰਪਰਦਾਇ ਤੇ ਕਈ ਧਰਮ ਹੋ ਗਏ। ਕਿਸੇ ਨੇ ਕਿਹਾ ਇੰਨੀ ਡੂੰਘਾਈ ਹੈ, ਕਿਸੇ ਨੇ ਕਿਹਾ ਸਾਡੀ ਕਿਤਾਬ 'ਚ ਇੰਨੀ ਲਿਖੀ ਹੈ। ਉਹ ਆਪਣੀਆਂ ਕਿਤਾਬਾਂ ਲੈ ਆਏ ਤੇ ਬੜਾ ਵਿਵਾਦ ਸ਼ੁਰੂ ਹੋ ਗਿਆ। ਮੈਂ ਸੁਣਿਆ ਕਿ ਉਸ ਮੇਲੇ 'ਚ 2 ਨਮਕ ਦੇ ਪੁਤਲੇ ਵੀ ਭੁੱਲ ਭੁਲੇਖੇ ਪਹੁੰਚ ਗਏ ਸੀ। ਉਹਨਾਂ ਨੇ ਇਹ ਸਾਰਾ ਵਿਵਾਦ ਸੁਣਿਆ। ਉਹਨਾਂ ਨੇ ਕਿਹਾ ਕਿ ਪਾਗਲ ਹੋ ਗਏ ਹੋ, ਜੇ ਸਮੁੰਦਰ ਦੀ ਡੂੰਘਾਈ ਜਾਣਨੀ ਹੈ ਤੇ ਵਿਚਾਰ ਕਰਨ ਦੀ ਕੀ ਲੋੜ ਹੈ, ਸਮੁੰਦਰ 'ਚ ਵੜ ਜਾਓ। ਲੇਕਿਨ ਉਹਨਾਂ ਲੋਕਾਂ ਨੇ ਕਿਹਾ ਜਦੋਂ ਤੱਕ ਡੂੰਘਾਈ ਦਾ ਪਤਾ ਨਹੀਂ ਲੱਗਦਾ ਅਸੀਂ ਕਿਵੇਂ ਵੜੀਏ? ਡੂੰਘਾਈ ਦਾ ਪਤਾ ਲੱਗ ਜਾਏ ਫਿਰ ਵੜਾਂਗੇ, ਡੂੰਘਾਈ ਦਾ ਪੱਕਾ ਪਤਾ ਹੋ ਜਾਏ ਤਦ ਅਸੀਂ ਵੜਾਂਗੇ। ਵਿਚਾਰਕ ਕਹਿੰਦਾ ਹੈ ਜਦੋਂ ਈਸ਼ਵਰ ਦਾ ਮੈਂ ਪੱਕਾ ਪਤਾ ਲਗਾ ਲਵਾਂਗਾ ਵਿਚਾਰ ਕਰਕੇ ਤਦ ਖੋਜ ਉੱਤੇ ਨਿਕਲਾਂਗਾ। ਵਿਚਾਰਕ ਕਹਿੰਦਾ ਹੈ ਮੈਂ ਪ੍ਰੇਮ ਕਰਨ ਤਦ ਜਾਵਾਂਗਾ ਜਦੋਂ ਮੈਂ ਪ੍ਰੇਮ ਦੀ ਪੂਰੀ ਫਿਲਾਸਫੀ ਸਮਝ ਲਵਾਂਗਾ। ਵਿਚਾਰਕ ਕਹਿੰਦਾ ਮੈਂ ਜੀਵਨ 'ਚ ਤਦ ਉਤਰਾਂਗਾ ਜਦੋਂ ਮੈਂ ਜਾਣ ਲਵਾਂਗਾ ਕਿ ਜੀਵਨ ਕੀ ਹੈ। ਉਹ ਕੰਢੇ ਉੱਤੇ ਬੈਠਾ ਰਹਿ ਜਾਂਦਾ ਹੈ। ਧਿਆਨ ਰਹੇ,
ਉਸ ਨਮਕ ਦੇ ਪੁਤਲੇ ਨੇ ਕਿਹਾ ਕਿ ਤਾਂ ਫਿਰ ਠਹਿਰੋ, ਮੈਂ ਛਾਲ ਮਾਰਦਾ, ਮੈਂ ਪਤਾ ਲਗਾਉਂਦਾ। ਉਹ ਨਮਕ ਦਾ ਪੁਤਲਾ ਛਾਲ ਮਾਰ ਗਿਆ, ਲੇਕਿਨ ਨਮਕ ਦੇ ਪੁਤਲੇ ਨੇ ਸਮੁੰਦਰ 'ਚ ਛਾਲ ਮਾਰੀ, ਡੂੰਘਾਈ 'ਚ ਜਾਣ ਲੱਗਾ। ਜਿੰਨਾ ਡੂੰਘਾਈ 'ਚ ਜਾਣ ਲੱਗਾ ਓਨਾ ਹੀ ਖੁਰਨ ਲੱਗਾ। ਡੂੰਘਾਈ 'ਚ ਪਹੁੰਚ ਗਿਆ, ਠੀਕ ਸਮੁੰਦਰ ਦੇ ਹੇਠਾਂ ਪਹੁੰਚ ਗਿਆ। ਉਹਨੇ ਡੂੰਘਾਈ ਜਾਣ ਲਈ, ਲੇਕਿਨ ਜਦੋਂ ਤੱਕ ਉਹਨੇ ਡੂੰਘਾਈ ਜਾਣੀ ਤਦ ਤੱਕ ਉਹ ਖੁਰ ਗਿਆ, ਤਦ ਤੱਕ ਉਹ ਵਾਪਸ ਪਰਤ ਕੇ ਦੱਸਣ ਜੋਗਾ ਨਹੀਂ ਰਿਹਾ। ਇਹ ਬੜੀ ਅਜੀਬ ਗੱਲ ਹੈ ਕਿ ਇਸ ਜ਼ਿੰਦਗੀ ਦਾ ਸਭ ਤੋਂ ਵੱਡਾ ਪੈਰਾਡੌਕਸ ਇਹ ਹੈ ਕਿ ਜੋ ਵਿਚਾਰ ਕਰਦੇ ਰਹਿੰਦੇ ਹਨ ਉਹ ਦੱਸਣ 'ਚ ਅਸਮਰਥ ਹਨ, ਅਤੇ ਜੋ ਹੋਂਦ ਦੀ ਡੂੰਘਾਈ 'ਚ ਉਤਰਦੇ ਹਨ ਉਹ ਗੁੰਮ ਹੋ ਜਾਂਦੇ ਹਨ, ਉਹ ਦੱਸਣ 'ਚ ਅਸਮਰਥ ਹੋ ਜਾਂਦੇ ਹਨ। ਸੱਚ ਨੂੰ ਜੋ ਜਾਣਦੇ ਹਨ ਉਹ ਦੱਸ ਨਹੀਂ ਸਕਦੇ, ਅਤੇ ਜੋ ਬਿਲਕੁਲ ਨਹੀਂ ਜਾਣਦੇ ਉਹ ਦੱਸੇ ਤੁਰੀ ਜਾਂਦੇ ਹਨ। ਜੋ ਸੱਚ ਨੂੰ ਬਿਲਕੁਲ ਨਹੀਂ ਜਾਣਦੇ ਉਸ ਉੱਤੇ ਵਿਚਾਰ ਕਰਦੇ ਰਹਿੰਦੇ ਹਨ। ਜੋ ਸੱਚ ਨੂੰ ਜਾਣ ਲੈਂਦੇ ਹਨ ਉਹ ਗੁੰਮ ਜਾਂਦੇ ਹਨ। ਮੇਰੀ ਆਪਣੀ ਸਮਝ ਵਿੱਚ ਵਿਚਾਰਕ ਦਾ ਹੰਕਾਰ ਮਨੁੱਖ ਦੇ ਜੀਵਨ ਵਿੱਚ ਸਭ ਤੋਂ ਵੱਡਾ ਹੰਕਾਰ ਹੈ। ਕੁਝ ਲੋਕ ਧਨ ਇਕੱਠਾ ਕਰ ਲੈਂਦੇ ਹਨ, ਕੁਝ ਲੋਕ ਵਿਚਾਰ ਇਕੱਠੇ ਕਰ ਲੈਂਦੇ ਹਨ। ਧਨ ਨੂੰ ਇਕੱਠਾ ਕਰਨ ਵਾਲੇ ਨੂੰ ਅਸੀਂ ਕਹਿੰਦੇ ਹਾਂ ਕਿ ਕੀ ਇਕੱਠਾ ਕਰਨ ਲੱਗੇ ਹੋ, ਅਤੇ ਵਿਚਾਰ ਨੂੰ ਇਕੱਠਾ ਕਰਨ ਵਾਲੇ ਨੂੰ ਅਸੀਂ ਵਿਚਾਰ ਨੂੰ ਇਕੱਠਾ ਕਰਨ ਵਾਲੇ ਨੂੰ ਇਸ ਤਰ੍ਹਾਂ ਨਾਲ ਨਹੀਂ ਕਹਿੰਦੇ ਕਿ ਕੀ ਵਿਚਾਰ ਨੂੰ ਇਕੱਠਾ ਕਰਨ ਲੱਗੇ ਹੋ, ਕੀ ਹੋਏਗਾ ਵਿਚਾਰ ਨੂੰ ਇਕੱਠਾ ਕਰ ਲੈਣ ਨਾਲ। ਧਨ ਇਕੱਠਾ ਕਰਨ ਨਾਲ ਕੁਝ ਨਹੀਂ ਹੁੰਦਾ, ਵਿਚਾਰ ਇਕੱਠਾ ਕਰਨ ਨਾਲ ਕੁਝ ਨਹੀਂ ਹੁੰਦਾ, ਲੇਕਿਨ ਸਭ ਇਕੱਠੇ ਕੀਤੇ ਹੋਏ ਹੰਕਾਰ ਨੂੰ ਮਜ਼ਬੂਤ ਕਰ ਜਾਂਦੇ ਹਨ। ਧਨ ਹੋਵੇ ਮੇਰੇ ਕੋਲ ਤਾਂ ਮੇਰੇ ਵਿੱਚ ਇੱਕ ਆਕੜ ਆ ਜਾਂਦੀ ਹੈ ਕਿ ਮੇਰੇ ਕੋਲ ਧਨ ਹੈ। ਵਿਚਾਰ ਹੈ ਮੇਰੇ ਕੋਲ ਤਾਂ ਵੀ ਇੱਕ ਆਕੜ ਹੋ ਜਾਂਦੀ ਹੈ ਕਿ ਮੇਰੇ ਕੋਲ ਵਿਚਾਰ ਹਨ। ਅਤੇ ਗਿਆਨ ਪੰਡਤ ਪੁਣੇ ਦੇ ਵਿਚਾਰ ਦੀ ਜੋ ਆਕੜ ਹੈ ਉਸ ਤੋਂ ਵੱਡੀ ਆਕੜ ਕੋਈ ਹੋ ਹੀ ਨਹੀਂ ਸਕਦੀ। ਉਹ ਜੋ ਹੰਕਾਰ ਹੈ ਉਸ ਤੋਂ ਵੱਡਾ ਹੰਕਾਰ ਹੋਰ ਕੋਈ ਨਹੀਂ ਹੋ ਸਕਦਾ। ਧਿਆਨ ਰਹੇ, ਜਿੰਨਾ ਵੱਡਾ ਹੰਕਾਰ ਹੈ ਉਨੀ ਡੂੰਘਾਈ 'ਚ ਉਤਰਨ ਦੀ ਸਮਰੱਥਾ ਘੱਟ ਹੋ ਜਾਂਦੀ ਹੈ, ਕਿਉਂਕਿ ਡੂੰਘਾਈ 'ਚ ਉਤਰਨ ਨਾਲ ਉਹ ਨਮਕ ਦਾ ਪੁਤਲਾ ਪਿਘਲਿਆ। ਇਵੇਂ ਹੀ ਹੰਕਾਰ ਵੀ ਪਿਘਲ ਜਾਂਦਾ ਹੈ। ਜਿਹਨੇ ਡੂੰਘਾ ਜਾਣਾ ਉਹਨੂੰ ਹੰਕਾਰ ਛੱਡ ਕੇ ਜਾਣਾ ਪਏਗਾ, ਅਤੇ ਜਿਹਨੇ ਹੰਕਾਰ ਛੱਡਣਾ ਉਹਨੂੰ ਧਨ ਹੀ ਨਹੀਂ ਛੱਡਣਾ ਪੈਂਦਾ, ਉਹਨੂੰ ਵਿਚਾਰ ਵੀ ਛੱਡਣਾ ਪੈਂਦਾ ਹੈ। ਵਿਚਾਰ ਦੀ ਪਰਤ ਸਾਡੀ ਚੇਤਨਾ ਉੱਤੇ ਅਜਿਹੀ ਹੀ ਹੈ। ਹੁਣੇ ਮੈਂ ਇੱਕ ਪਿੰਡ 'ਚ ਠਹਿਰਿਆ ਸੀ। ਉਸ ਪਿੰਡ ਦੀ ਨਦੀ ਨੂੰ ਮੈਂ ਵੇਖਣ ਗਿਆ। ਉਹ ਸਾਰੀ ਨਦੀ ਕਾਹੀ ਨਾਲ ਢਕੀ ਗਈ ਸੀ। ਪੱਤੇ ਹੀ ਪੱਤੇ, ਕਾਹੀ ਕਾਹੀ ਉਸ ਪੂਰੀ ਨਦੀ 'ਤੇ ਛਾ ਗਈ ਸੀ। ਇੱਕ ਪੱਤੇ ਨੂੰ ਮੈਂ ਹਟਾਇਆ, ਨਦੀ ਝਾਕਣ ਲੱਗੀ। ਜੋ ਮਿੱਤਰ ਮੈਨੂੰ ਲੈ ਗਏ ਸਨ ਉਹਨਾਂ ਨੇ ਕਿਹਾ ਸਾਰੀ ਨਦੀ ਪੱਤਿਆਂ ਨਾਲ ਢਕੀ ਗਈ ਹੈ। ਤਾਂ ਮੈਂ ਕਿਹਾ ਕਿ ਆਦਮੀ ਦੀ ਵੀ ਸਾਰੀ ਆਤਮਾ ਵਿਚਾਰ ਦੇ ਪੱਤਿਆਂ ਤੇ ਕਾਹੀ ਨਾਲ ਢਕੀ ਗਈ ਹੈ। ਥੋੜਾ ਵਿਚਾਰ ਨੂੰ ਹਟਾਓ ਤਾਂ ਅੰਦਰੋਂ ਆਤਮਾ ਦੀ ਨਦੀ ਝਾਕਣਾ ਸ਼ੁਰੂ ਕਰ ਦੇਗੀ। ਵਿਚਾਰਕ ਪੱਤਿਆਂ ਨਾਲ ਢਕਿਆ ਹੋਇਆ ਆਦਮੀ ਹੈ ਤੇ ਵਿਚਾਰ ਸਭ ਉਧਾਰੇ ਹਨ, ਬਾਹਰ ਤੋਂ ਆਏ ਹਨ। ਗਿਆਨ ਅੰਦਰੋਂ ਆਉਂਦਾ ਹੈ ਤੇ ਵਿਚਾਰ ਬਾਹਰ ਤੋਂ ਆਉਂਦੇ ਹਨ। ਇਸ ਲਈ ਵਿਚਾਰਕ ਨੂੰ ਗਿਆਨੀ ਸਮਝ ਲੈਣ ਦੀ ਭੁੱਲ 'ਚ ਨਹੀਂ ਪੈ ਜਾਣਾ ਚਾਹੀਦਾ। ਵਿਚਾਰ ਸਦਾ ਬਾਹਰ ਤੋਂ ਆਉਂਦੇ ਹਨ, ਸ਼ਾਸਤਰਾਂ ਤੋਂ, ਸਿੱਖਿਆਵਾਂ ਤੋਂ, ਸੂਚਨਾਵਾਂ ਤੋਂ, ਤੇ ਗਿਆਨ ਸਦਾ ਅੰਦਰੋਂ ਆਉਂਦਾ ਹੈ। ਤੇ ਜਿਹਨੇ ਗਿਆਨ ਲੈਣਾ ਹੋਵੇ ਉਹਨੂੰ ਵਿਚਾਰ ਬਾਹਰ ਤੋਂ ਲਿਆਉਣ ਦੀ ਯਾਤਰਾ ਬੰਦ ਕਰਨੀ ਪਏਗੀ। ਇੱਕ ਛੋਟੀ ਜਿਹੀ ਉਦਾਹਰਨ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ। ਮੈਂ ਸੁਣਿਆ ਕਿ ਇੱਕ ਆਦਮੀ ਨੇ ਘਰ 'ਚ ਇੱਕ ਖੂਹ ਪੁੱਟਿਆ ਤੇ ਇੱਕ ਆਦਮੀ ਨੇ ਘਰ 'ਚ ਇੱਕ ਹੌਜ ਬਣਾਇਆ। ਹੁਣ ਹੌਜ ਤੇ ਖੂਹ ਬਣਾਉਣ ਦੇ ਢੰਗ ਬਿਲਕੁਲ ਅਲੱਗ ਹੁੰਦੇ ਹਨ, ਹਾਲਾਂਕਿ ਦੋਹਾਂ 'ਚ ਪਾਣੀ ਦਿਖਾਈ ਦਿੰਦਾ ਹੈ। ਜਦੋਂ ਹੌਜ ਬਣ ਗਿਆ, ਖੂਹ ਬਣ ਗਿਆ, ਦੋਹਾਂ 'ਚ ਪਾਣੀ ਸੀ। ਖੂਹ ਵਿੱਚ ਵੀ ਪਾਣੀ ਸੀ, ਹੌਜ ਵਿੱਚ ਵੀ ਪਾਣੀ ਸੀ, ਲੇਕਿਨ ਹੌਜ ਵਿੱਚ ਪਾਣੀ ਉਧਾਰ ਦਾ ਸੀ। ਉਹ ਕਿਤੋਂ ਮੰਗਿਆ ਹੋਇਆ ਸੀ, ਉਹ ਕਿਤੋਂ ਲਿਆਂਦਾ ਗਿਆ ਸੀ। ਖੂਹ ਕੋਲ ਆਪਣਾ ਪਾਣੀ ਸੀ, ਉਹ ਕਿਤੋਂ ਮੰਗਿਆ ਨਹੀਂ ਸੀ, ਉਹ ਕਿਤੋਂ ਲਿਆਂਦਾ ਹੋਇਆ ਨਹੀਂ ਸੀ। ਹੌਜ ਭਰ ਗਿਆ, ਲੇਕਿਨ ਹੌਜ ਤੇ ਖੂਹ ਦੇ ਬਣਾਉਣ ਦਾ ਢੰਗ ਵੀ ਅਲੱਗ ਹੈ। ਖੂਹ ਨੂੰ ਖੋਦਣਾ ਪੈਂਦਾ, ਖੂਹ ਦੀ ਮਿੱਟੀ ਪੱਥਰ ਨੂੰ ਕੱਢ ਕੇ ਬਾਹਰ ਸੁੱਟ ਦੇਣਾ ਪੈਂਦਾ ਹੈ। ਤੇ ਜੇ ਹੌਜ ਬਣਾਉਣਾ ਹੋਵੇ ਤਾਂ ਮਿੱਟੀ ਪੱਥਰ ਖਰੀਦ ਕੇ ਲਿਆਉਣੇ ਪੈਂਦੇ ਹੈ, ਕੰਧ ਬਣਾਉਣੀ ਪੈਂਦੀ ਹੈ, ਹੌਜ ਬਣਾਉਣਾ ਪੈਂਦਾ ਹੈ। ਤੇ ਇੱਕ ਵੱਡੇ ਚਮਤਕਾਰ ਦੀ ਗੱਲ, ਹੌਜ ਬਣ ਜਾਏ ਤਾਂ ਵੀ ਖਾਲੀ ਹੁੰਦਾ ਹੈ, ਖੂਹ ਬਣ ਜਾਏ ਪਾਣੀ ਨਾਲ ਭਰਿਆ ਜਾਂਦਾ ਹੈ। ਹੌਜ ਕੋਲ ਦੂਜੇ ਦਾ ਪਾਣੀ ਹੁੰਦਾ ਹੈ। ਜਿਹਨੂੰ ਅਸੀਂ ਵਿਚਾਰਕ ਕਹਿੰਦੇ ਹਾਂ ਉਸ ਕੋਲ ਦੂਜੇ ਦਾ ਪਾਣੀ ਹੁੰਦਾ ਹੈ। ਉਸ ਕੋਲ ਮਹਾਵੀਰ ਦਾ ਪਾਣੀ ਹੋਏਗਾ, ਬੁੱਧ ਦਾ ਪਾਣੀ ਹੋਏਗਾ, ਕ੍ਰਾਈਸਟ ਦਾ ਪਾਣੀ ਹੋਏਗਾ, ਕ੍ਰਿਸ਼ਨ ਦਾ ਪਾਣੀ ਹੋਏਗਾ, ਲੇਕਿਨ ਉਸ ਕੋਲ ਆਪਣਾ ਪਾਣੀ ਨਹੀਂ ਹੁੰਦਾ, ਉਸ ਕੋਲ ਖੂਹ ਨਹੀਂ ਹੁੰਦਾ। ਧਿਆਨ ਰਹੇ, ਜਦੋਂ ਖੂਹ ਬਣਦਾ ਹੈ ਤਾਂ ਖੂਹ ਬਣਨ ਦਾ ਇੱਕ ਨਿਯਮ ਹੈ ਕਿ ਖਾਲੀ ਹੋਣਾ ਪੈਂਦਾ ਹੈ।
ਜਿੰਨਾ ਖੂਹ ਖਾਲੀ ਹੋ ਜਾਂਦਾ ਓਨਾ ਭਰ ਜਾਂਦਾ ਹੈ। ਜਿੰਨਾ ਖੂਹ ਆਪਣੇ ਅੰਦਰੋਂ ਚੀਜ਼ਾਂ ਨੂੰ ਬਾਹਰ ਸੁੱਟ ਦਿੰਦਾ ਹੈ, ਓਨੇ ਜਲ ਸੋਮੇ ਹਾਸਲ ਹੋ ਜਾਂਦੇ ਹਨ। ਵਿਚਾਰਕ ਇਕੱਠਾ ਕਰਦਾ ਹੈ, ਹੌਜ ਦੀ ਤਰ੍ਹਾਂ ਇਕੱਠਾ ਕਰਦਾ ਜਾਂਦਾ ਹੈ। ਕਦੀ ਹੌਜ ਕੋਲ ਜਾ ਕੇ ਕੰਨ ਲਾ ਕੇ ਸੁਣਨਾ, ਹੌਜ ਹਮੇਸ਼ਾ ਕਹਿੰਦਾ ਹੈ ਹੋਰ ਲਿਆਓ, ਹੋਰ ਲਿਆਓ। ਜੇ ਹੌਜ ਤੋਂ ਪਾਣੀ ਕੱਢੋ, ਹੌਜ ਕਹਿੰਦਾ ਨਾ ਕੱਢੋ, ਘੱਟ ਹੋ ਜਾਏਗਾ। ਕਦੀ ਖੂਹ ਕੋਲ ਕੰਨ ਲਾ ਕੇ ਸੁਣਨਾ, ਖੂਹ ਕਹਿੰਦਾ ਕੱਢ ਲਓ, ਹੋਰ ਕੱਢ ਲਓ, ਕਿਉਂਕਿ ਜਿੰਨਾ ਨਿਕਲ ਜਾਂਦਾ ਹੈ ਉਹ ਨਵਾਂ ਅੰਦਰੋਂ ਹੋਰ ਆ ਜਾਂਦਾ ਹੈ। ਵਿਚਾਰਕ ਇਕੱਠਾ ਕਰਦਾ ਹੈ, ਵਿਚਾਰ ਸਿਰਫ ਇਕੱਠਾ ਕਰਨਾ ਹੈ, ਤੇ ਇਸ ਲਈ ਵਿਚਾਰਕ ਬਾਹਰ ਤੋਂ ਆਈ ਹੋਈ ਪਰਤ ਵਿੱਚ ਇੰਨਾ ਗੁੰਮ ਜਾਂਦਾ ਹੈ ਕਿ ਕਦੀ ਆਪਣੇ ਆਪ ਨੂੰ ਨਹੀਂ ਜਾਣ ਸਕਦਾ। ਜਿਨ੍ਹਾਂ ਨੇ ਆਪਣੇ ਆਪ ਨੂੰ ਜਾਣਿਆ ਹੈ, ਜਿਨ੍ਹਾਂ ਨੇ ਸੱਚ ਨੂੰ ਜਾਣਿਆ, ਉਹਨਾਂ ਨੇ ਨਿਰਵਿਚਾਰ ਹੋ ਕੇ ਜਾਣਿਆ। ਮਹਾਵੀਰ ਵਿਚਾਰਕ ਨਹੀਂ ਹਨ, ਬੁੱਧ ਵਿਚਾਰਕ ਨਹੀਂ ਹਨ, ਕ੍ਰਿਸ਼ਨ ਵਿਚਾਰਕ ਨਹੀਂ ਹਨ, ਤੇ ਦੁਨੀਆ 'ਚ ਅਜਿਹੇ ਲੋਕਾਂ ਦੀ ਲੋੜ ਹੈ ਜੋ ਵਿਚਾਰ ਦੇ ਪਾਰ ਹੋ ਕੇ ਦੇਖ ਸਕਣ। ਇਸ ਲਈ ਅਸੀਂ ਉਹਨਾਂ ਨੂੰ ਸਿੱਧ ਪੁਰਸ਼ ਕਹਿੰਦੇ ਹਾਂ। ਇਸ ਲਈ ਉਸ ਪ੍ਰਕਿਰਿਆ ਨੂੰ ਜਿਸ ਤੋਂ ਗਿਆਨ ਹਾਸਲ ਹੁੰਦਾ ਹੈ ਦਰਸ਼ਨ ਕਹਿੰਦੇ ਹਨ, ਉਸ ਨੂੰ ਵਿਚਾਰਨਾ ਨਹੀਂ ਕਹਿੰਦੇ। ਲੇਕਿਨ ਹੁਣੇ ਵੱਡੀ ਭੁੱਲ ਹੋਈ ਹੈ। ਭੁੱਲ ਇਹ ਹੋ ਗਈ ਕਿ ਅਸੀਂ ਪੱਛਮ ਤੋਂ ਜੋ ਫਿਲਾਸਫੀ ਆਈ ਹੈ, ਅਸੀਂ ਫਿਲਾਸਫੀ ਨੂੰ ਵੀ ਆਪਣੇ ਮੁਲਕ 'ਚ ਦਰਸ਼ਨ ਨਾਲ ਅਨੁਵਾਦ ਕਰਨ ਲੱਗੇ ਹਾਂ। ਦਰਸ਼ਨ ਤੇ ਫਿਲਾਸਫੀ ਸਮਾਨ ਅਰਥਕ ਸ਼ਬਦ ਨਹੀਂ ਹਨ। ਦਰਸ਼ਨ ਦਾ ਮਤਲਬ ਹੈ ਦੇਖਣਾ, ਫਿਲਾਸਫੀ ਦਾ ਅਰਥ ਹੈ ਸੋਚ ਵਿਚਾਰ। ਦੇਖਣ ਤੇ ਸੋਚਣ ਵਿਚਾਰਨ 'ਚ ਦੁਸ਼ਮਣੀ ਹੈ। ਜਿਹੜਾ ਆਦਮੀ ਦੇਖ ਸਕਦਾ ਹੈ ਸੋਚਦਾ ਵਿਚਾਰਦਾ ਨਹੀਂ, ਜੋ ਨਹੀਂ ਦੇਖ ਸਕਦਾ ਉਹ ਸੋਚਦਾ ਵਿਚਾਰਦਾ ਹੈ। ਮੈਂ ਜੇ ਅੰਨਾ ਹਾਂ, ਮੈਂ ਇਸ ਕਮਰੇ 'ਚੋਂ ਬਾਹਰ ਜਾਣਾ ਹੈ ਤਾਂ ਮੈਂ ਸੋਚਾਂਗਾ ਕਿ ਰਾਹ ਕਿੱਧਰ ਹੈ, ਪੁੱਛਾਂਗਾ ਰਾਹ ਕਿੱਧਰ ਹੈ, ਪੁੱਛਾਂਗਾ ਦਰਵਾਜ਼ਾ ਕਿੱਥੇ ਹੈ, ਕਿਵੇਂ ਜਾਵਾਂ, ਕਿਵੇਂ ਨਿਕਲਾਂ। ਤੇ ਜੇ ਮੇਰੇ ਕੋਲ ਅੱਖਾਂ ਹਨ ਤਾਂ ਮੈਂ ਸੋਚਾਂਗਾ ਨਹੀਂ, ਉੱਠਾਂਗਾ ਤੇ ਨਿਕਲ ਜਾਵਾਂਗਾ। ਅੱਖ ਚਾਹੀਦੀ ਹੈ, ਦਰਸ਼ਨ ਚਾਹੀਦਾ ਹੈ, ਵਿਚਾਰ ਨਹੀਂ, ਦ੍ਰਿਸ਼ਟੀ ਚਾਹੀਦੀ ਹੈ। ਤੇ ਦ੍ਰਿਸ਼ਟੀ ਸਦਾ ਆਪਣੀ ਹੁੰਦੀ ਹੈ, ਵਿਚਾਰ ਸਦਾ ਦੂਜੇ ਦੇ ਹੁੰਦੇ ਹਨ। ਦੂਜੇ ਦੀ ਦ੍ਰਿਸ਼ਟੀ ਤੁਹਾਡੇ ਕੋਲ ਨਹੀਂ ਹੁੰਦੀ, ਦੂਜੇ ਦੀ ਅੱਖ ਨਾਲ ਤੁਸੀਂ ਨਹੀਂ ਵੇਖ ਸਕਦੇ, ਲੇਕਿਨ ਦੂਜੇ ਦੇ ਵਿਚਾਰ ਤੁਸੀਂ ਇਕੱਠੇ ਕਰ ਸਕਦੇ ਹੋ। ਇਸ ਲਈ ਵਿਚਾਰਕ ਮੇਰੀ ਦ੍ਰਿਸ਼ਟੀ ਵਿੱਚ ਸਦਾ ਬਾਰੋਡ, ਸਦਾ ਉਧਾਰੇ ਆਦਮੀ ਹੁੰਦੇ ਹਨ। ਉਸ ਕੋਲ ਕੁਝ ਵੀ ਨਹੀਂ ਹੁੰਦਾ। ਵਿਚਾਰਕ ਤੋਂ ਜ਼ਿਆਦਾ ਆਲਸੀ ਗਰੀਬ ਬੰਦਾ ਲੱਭਣਾ ਮੁਸ਼ਕਿਲ ਹੈ। ਲੇਕਿਨ ਸਾਨੂੰ ਲੱਗਦਾ ਹੈ ਕਿ ਵਿਚਾਰਕ ਕੋਲ ਬਹੁਤ ਕੁਝ ਹੈ, ਕਿਉਂਕਿ ਜੋ ਉਹਨੇ ਇਕੱਠਾ ਕੀਤਾ ਉਹ ਸਾਡੀਆਂ ਅੱਖਾਂ ਨੂੰ ਹੱਕਾ ਬੱਕਾ ਕਰਦਾ ਹੈ। ਜੋ ਉਸ ਕੋਲ ਸਾਨੂੰ ਦਿਖਾਈ ਦਿੰਦਾ ਉਹ ਤੋਂ ਲੱਗਦਾ ਹੈ ਕਿ ਇਸ ਕੋਲ ਬਹੁਤ ਕੁਝ ਹੈ। ਜੋ ਕੁਝ ਉਸ ਤੋਂ ਅਸੀਂ ਸੁਣਦੇ ਹਾਂ, ਜੋ ਉਹ ਲਿਖਦਾ ਹੈ, ਉਸ ਤੋਂ ਸਾਨੂੰ ਲੱਗਦਾ ਹੈ ਕਿ ਉਸ ਕੋਲ ਬਹੁਤ ਕੁਝ ਹੈ, ਤੇ ਅਸੀਂ ਫਿਰ ਵੀ ਵਿਚਾਰ ਇਕੱਠੇ ਕਰਨ ਲੱਗਦੇ ਹਾਂ। ਸਾਡੀ ਸਾਰੀ ਸਿੱਖਿਆ ਵਿਚਾਰ ਇਕੱਠੇ ਕਰਵਾਉਣ ਦੀ ਸਿੱਖਿਆ ਹੈ। ਇਸ ਲਈ ਸਾਡੀ ਸਿੱਖਿਆ ਗਿਆਨੀ ਨੂੰ ਪੈਦਾ ਨਹੀਂ ਕਰਦੀ, ਕਿਉਂਕਿ ਉਹ ਦ੍ਰਿਸ਼ਟੀ ਤੇ ਦਰਸ਼ਨ ਪੈਦਾ ਕਰਨ ਲਈ ਕੋਈ ਪ੍ਰਯੋਗ ਨਹੀਂ ਕਰਦੀ। ਇੱਧਰ ਮੈਂ ਇੱਕ ਛੋਟੀ ਜਿਹੀ ਗੱਲ ਅੰਤ ਵਿੱਚ ਕਹਿਣਾ ਚਾਹੁੰਦਾ, ਤੇ ਉਹ ਇਹ ਹੈ ਕਿ ਮਨੁੱਖ ਦੀ ਚੇਤਨਾ ਵਿੱਚ ਦੋ ਸਮਰਥਾਵਾਂ ਹਨ, ਇੱਕ ਵਿਚਾਰ ਦੀ, ਇੱਕ ਨਿਰਵਿਚਾਰ ਦੀ, ਇੱਕ ਸੋਚਣ ਦੀ, ਇੱਕ ਦੇਖਣ ਦੀ। ਸੋਚਣ ਵਿੱਚ ਜੋ ਉਲਝ ਜਾਏਗਾ ਉਹ ਦੇਖਣਾ ਵੀ ਭੁੱਲ ਜਾਏਗਾ, ਤੇ ਜੋ ਦੇਖ ਲਏਗਾ ਉਹਨੂੰ ਸੋਚਣ ਦੀ ਫਿਰ ਕੋਈ ਜ਼ਰੂਰਤ ਨਹੀਂ ਰਹਿ ਜਾਂਦੀ। ਉਸ ਕੋਲ ਅੱਖਾਂ ਮੌਜੂਦ ਹੁੰਦੀਆਂ ਹਨ। ਬੁੱਧ ਕੋਲ ਇੱਕ ਵਾਰ ਇੱਕ ਆਦਮੀ ਨੂੰ ਕੁਝ ਲੋਕ ਲੈ ਕੇ ਆਏ। ਉਹ ਆਦਮੀ ਅੰਨਾ ਸੀ, ਉਸ ਕੋਲ ਅੱਖਾਂ ਨਹੀਂ ਸਨ। ਉਹਦੇ ਮਿੱਤਰਾਂ ਨੇ ਬੁੱਧ ਨੂੰ ਜਾ ਕੇ ਕਿਹਾ ਕਿ ਇਹ ਆਦਮੀ ਅੰਨਾ ਹੈ, ਸਾਡਾ ਦੋਸਤ ਹੈ, ਅਸੀਂ ਇਹਨੂੰ ਸਮਝਾਉਂਦੇ ਹਾਂ ਕਿ ਰੌਸ਼ਨੀ ਹੈ, ਅਸੀਂ ਸਮਝਾਉਂਦੇ ਹਾਂ ਕਿ ਸੂਰਜ ਹੈ, ਲੇਕਿਨ ਇਹ ਮੰਨਣ ਨੂੰ ਤਿਆਰ ਨਹੀਂ ਹੁੰਦਾ। ਇਹ ਕਹਿੰਦਾ ਇਹ ਕਿਵੇਂ ਹੋ ਸਕਦਾ ਹੈ। ਅਸੀਂ ਇਹਨੂੰ ਕਹਿੰਦੇ ਹਾਂ ਕਿ ਤਰਕ ਦਿੰਦੇ ਹਾਂ ਤਾਂ ਇਹ ਕਹਿੰਦਾ ਹੈ ਕਿ ਤੁਹਾਡੀ ਰੌਸ਼ਨੀ ਨੂੰ ਛੂਹ ਕੇ ਦੇਖਣਾ ਚਾਹੁੰਦਾ, ਲੇਕਿਨ ਇਹ ਤੋਂ ਛੂਹਿਆ ਨਹੀਂ ਜਾਂਦਾ। ਇਹ ਕਹਿੰਦਾ ਹੈ ਕਿ ਤੁਸੀਂ ਆਪਣੀ ਰੌਸ਼ਨੀ ਨੂੰ ਥੋੜ੍ਹਾ ਵਜਾਓ ਤਾਂ ਕਿ ਮੈਂ ਸੁਣ ਲਵਾਂ, ਲੇਕਿਨ ਅਸੀਂ ਰੌਸ਼ਨੀ ਨੂੰ ਕਿਵੇਂ ਵਜਾਈਏ। ਇਹ ਕਹਿੰਦਾ ਰੌਸ਼ਨੀ ਨੂੰ ਮੇਰੇ ਮੂੰਹ ਵਿੱਚ ਪਾ ਦਿਓ, ਮੈਂ ਥੋੜ੍ਹਾ ਚੱਖ ਲਵਾਂ, ਲੇਕਿਨ ਅਸੀਂ ਰੌਸ਼ਨੀ ਦਾ ਸਵਾਦ ਕਿਵੇਂ ਚੱਖਾਈਏ। ਅਸੀਂ ਸੋਚਿਆ ਕਿ ਇੱਕ ਵੱਡਾ ਵਿਚਾਰਕ ਪਿੰਡ 'ਚ ਆਇਆ, ਬੁੱਧ ਆਏ ਹਨ ਤਾਂ ਅਸੀਂ ਜਾਈਏ। ਬੁੱਧ ਨੇ ਕਿਹਾ ਤੁਸੀਂ ਗਲਤ ਆਦਮੀ ਕੋਲ ਆ ਗਏ, ਮੈਂ ਕੋਈ ਵਿਚਾਰਕ ਨਹੀਂ ਹਾਂ, ਤੇ ਇਸ ਆਦਮੀ ਨੂੰ ਤੁਸੀਂ ਪਰੇਸ਼ਾਨ ਨਾ ਕਰੋ। ਚੰਗਾ ਹੈ ਕਿ ਨਹੀਂ ਮੰਨਦਾ, ਕਿਉਂਕਿ ਇਸ ਕੋਲ ਅੱਖ ਨਹੀਂ ਹੈ। ਉਹ ਮੰਨੇ ਕਿਉਂ? ਤੇ ਜੇ ਮੰਨ ਲਏਗਾ ਤਾਂ ਵਿਚਾਰ 'ਚ ਪੈ ਜਾਏਗਾ। ਸਾਰੀਆਂ ਮਨੌਤਾਂ ਵਿਚਾਰ 'ਚ ਲੈ ਜਾਂਦੀਆਂ ਹਨ। ਜੇ ਇੱਕ ਅੰਨਾ ਆਦਮੀ ਮੰਨ ਲਏ ਕਿ ਰੌਸ਼ਨੀ ਹੈ ਤਾਂ ਰੌਸ਼ਨੀ ਦਾ ਹੋਣਾ ਉਹਦੇ ਲਈ ਸਿਰਫ ਇੱਕ ਵਿਚਾਰ ਹੋਏਗਾ, ਅਨੁਭਵ ਨਹੀਂ ਹੋ ਸਕਦਾ। ਬੁੱਧ ਨੇ ਕਿਹਾ ਇਹਨੂੰ ਤੁਸੀਂ ਵਿਚਾਰਕਾਂ ਕੋਲ ਨਾ ਲੈ ਕੇ ਜਾਓ, ਚੰਗਾ ਹੋਏਗਾ ਕਿਸੇ ਵੈਦ ਕੋਲ ਲੈ ਜਾਓ। ਵਿਚਾਰਕ ਕੀ ਕਰੇਗਾ? ਵਿਚਾਰ ਦੇ ਦੇਗਾ। ਵੈਦ ਕੋਲ ਲੈ ਜਾਓ ਜੋ ਇਹਦੀ ਅੱਖ ਦਾ ਇਲਾਜ ਕਰ ਸਕੇ।
ਉਹਨੂੰ ਵੈਦ ਕੋਲ ਲੈ ਗਏ। ਉਸ ਆਦਮੀ ਦੀ ਅੱਖ ਉੱਪਰ ਜਾਲਾ ਸੀ। ਕੁਝ ਦਿਨ ਦਵਾਈ ਵਰਤਣ ਨਾਲ ਉਹ ਜਾਲਾ ਹਟ ਗਿਆ ਤੇ ਉਸ ਆਦਮੀ ਨੇ ਰੌਸ਼ਨੀ ਦੇਖੀ। ਉਹ ਨੱਚਣ ਲੱਗਾ। ਉਹ ਇਹ ਖੋਜਦਾ ਹੋਇਆ ਬੁੱਧ ਕੋਲ ਗਿਆ। ਉਹਨਾਂ ਦੇ ਪੈਰੀਂ ਹੱਥ ਲਾਏ ਤੇ ਉਸ ਆਦਮੀ ਨੇ ਕਿਹਾ ਕਿ ਤੁਸੀਂ ਬੜੀ ਕਿਰਪਾ ਕੀਤੀ ਹੈ, ਵਰਨਾ ਇਹ ਸਭ ਵਿਚਾਰਕ ਮੈਨੂੰ ਰਲ ਕੇ ਮਾਰ ਦਿੰਦੇ। ਉਹ ਮੈਨੂੰ ਸਮਝਾਉਂਦੇ ਸਨ ਕਿ ਰੌਸ਼ਨੀ ਹੈ, ਪਰ ਮੈਨੂੰ ਦਿਖਾਈ ਨਹੀਂ ਸੀ ਦਿੰਦਾ। ਹੁਣ ਮੈਨੂੰ ਦਿਖਾਈ ਦੇ ਰਿਹਾ ਤੇ ਮੈਂ ਜਾਣਦਾ ਕਿ ਜੋ ਦੇਖਣ ਨਾਲ ਜਾਣਿਆ ਜਾ ਸਕਦਾ ਹੈ ਉਹ ਸਮਝਾਉਣ ਨਾਲ ਨਹੀਂ ਜਾਣਿਆ ਜਾ ਸਕਦਾ। ਮੈਂ ਕਿਵੇਂ ਸਮਝਦਾ ਕਿ ਰੌਸ਼ਨੀ ਹੈ, ਤੇ ਜੇ ਮੈਂ ਸਮਝ ਲੈਂਦਾ ਤਾਂ ਵੀ ਉਸ ਸਮਝ ਦਾ ਕੀ ਮੁੱਲ ਸੀ? ਨਹੀਂ, ਵਿਚਾਰ ਦੀ ਇੰਨੀ ਜ਼ਰੂਰਤ ਨਹੀਂ ਹੈ ਜਿੰਨੀ ਦ੍ਰਿਸ਼ਟੀ ਤੇ ਦਰਸ਼ਨ ਦੀ ਜ਼ਰੂਰਤ ਹੈ। ਤੇ ਦ੍ਰਿਸ਼ਟੀ ਤੇ ਦਰਸ਼ਨ ਚਾਹੀਦੇ ਹਨ ਤਾਂ ਮਨ ਅਜਿਹਾ ਹੋਣਾ ਚਾਹੀਦਾ ਹੈ ਜੋ ਵਿਚਾਰਾਂ ਨੂੰ ਅਲੱਗ ਕਰਨ 'ਚ ਸਮਰੱਥ ਹੋ ਜਾਏ। ਥੋੜ੍ਹੀ ਦੇਰ ਨੂੰ, ਥੋੜ੍ਹੇ ਪਲਾਂ ਨੂੰ ਹੀ ਸਹੀ, ਜੇ 24 ਘੰਟਿਆਂ 'ਚ ਕੋਈ ਵਿਅਕਤੀ ਸਾਰੇ ਵਿਚਾਰਾਂ ਤੋਂ ਆਪਣੇ ਆਪ ਨੂੰ ਮੁਕਤ ਕਰ ਲਏ ਤੇ ਸਿਰਫ ਰਹਿ ਜਾਏ, ਸੋਚੇ ਨਾ, ਸਿਰਫ ਹੋ ਜਾਏ, ਥਿੰਕਿੰਗ ਨਹੀਂ, ਸਿਰਫ ਬੀਇੰਗ, ਤਾਂ ਉਹਦੀ ਜ਼ਿੰਦਗੀ ਵਿੱਚ ਉਹ ਸਭ ਉਤਰ ਆਏਗਾ ਜੋ ਸ੍ਰੇਸ਼ਟ ਹੈ, ਜੋ ਸੁੰਦਰ ਹੈ, ਜੋ ਸੱਚ ਹੈ। ਇੱਕ ਆਖਰੀ ਕਹਾਣੀ ਤੇ ਆਪਣੀ ਗੱਲ ਮੈਂ ਪੂਰੀ ਕਰਾਂਗਾ। ਮੈਂ ਸੁਣਿਆ ਇੱਕ ਪਹਾੜ ਦੇ ਉੱਪਰ ਇੱਕ ਆਦਮੀ ਖੜਾ ਸੀ। ਸੁਬਹ ਸੂਰਜ ਨਿਕਲਿਆ ਤੇ ਹੁਣੇ ਰੌਸ਼ਨੀ ਨੇ ਚਾਰੇ ਪਾਸੇ ਦਰਖਤਾਂ ਨੂੰ ਜਗਾ ਦਿੱਤਾ। ਪੰਛੀ ਗੀਤ ਗਾਉਂਦੇ ਹਨ। ਉਹ ਆਦਮੀ ਚੁੱਪਚਾਪ ਖੜਾ ਹੈ। ਕੁਝ ਲੋਕ ਘੁੰਮਣ ਨਿਕਲੇ ਹਨ। 3 ਦੋਸਤ ਰਾਹ 'ਚੋਂ ਹੇਠਾਂ ਜਾ ਰਹੇ ਹਨ। ਉਹਨਾਂ ਨੇ ਉਸ ਆਦਮੀ ਨੂੰ ਉੱਥੇ ਖੜਾ ਦੇਖਿਆ ਤੇ ਇੱਕ ਦੋਸਤ ਨੇ ਕਿਹਾ, ਇਹ ਆਦਮੀ ਉੱਥੇ ਕੀ ਕਰਦਾ ਹੋਏਗਾ? ਹੁਣ ਸੱਚ ਤਾਂ ਇਹ ਹੈ ਕਿ ਕੋਈ ਜ਼ਰੂਰਤ ਨਹੀਂ ਕਿ ਉਹ ਆਦਮੀ ਉੱਥੇ ਖੜਾ ਕੀ ਕਰਦਾ ਹੋਏਗਾ, ਲੇਕਿਨ ਵਿਚਾਰ ਕਰਨ ਵਾਲੇ ਲੋਕ ਬੇਮਤਲਬ ਦਾ ਵਿਚਾਰ ਕਰਦੇ ਰਹਿੰਦੇ ਹਨ। ਉਹ ਤਿੰਨੇ ਵਿਚਾਰਕ ਰਹੇ ਹੋਣਗੇ। ਇੱਕ ਨੇ ਕਿਹਾ ਕਿ ਉਹ ਆਦਮੀ ਉੱਥੇ ਕੀ ਕਰਦਾ ਹੈ। ਦੂਜੇ ਆਦਮੀ ਨੇ ਕਿਹਾ ਕਿ ਜਿੱਥੋਂ ਤੱਕ ਮੈਂ ਸਮਝਦਾ, ਮੈਂ ਸੋਚਦਾ, ਕਦੀ ਕਦੀ ਉਸ ਫਕੀਰ ਦੀ ਜੋ ਉੱਥੇ ਉੱਪਰ ਖੜਾ ਹੈ ਗਾਂ ਗੁੰਮ ਹੋ ਜਾਂਦੀ ਹੈ। ਉਹ ਆਪਣੀ ਗਾਂ ਨੂੰ ਭਾਲਣ ਲਈ ਪਹਾੜ ਤੇ ਖੜਾ ਹੋ ਕੇ ਦੇਖਦਾ ਹੋਏਗਾ ਕਿ ਗਾਂ ਕਿੱਥੇ ਹੈ। ਲੇਕਿਨ ਪਹਿਲੇ ਆਦਮੀ ਨੇ ਕਿਹਾ, ਤੁਹਾਡੀ ਗੱਲ ਠੀਕ ਨਹੀਂ ਲੱਗਦੀ। ਵਿਚਾਰਕਾਂ ਨੂੰ ਕਦੀ ਇੱਕ ਦੂਜੇ ਦੀ ਗੱਲ ਠੀਕ ਲੱਗਦੀ ਹੀ ਨਹੀਂ। ਉਸ ਆਦਮੀ ਨੇ ਕਿਹਾ, ਤੁਹਾਡੀ ਗੱਲ ਠੀਕ ਨਹੀਂ ਹੈ। ਪਤਾ ਨਹੀਂ ਲੱਗਦਾ ਇਸ ਲਈ ਕਿ ਜੇ ਉਹ ਗਾਂ ਨੂੰ ਭਾਲਦਾ ਹੁੰਦਾ ਤੇ ਚਾਰੇ ਪਾਸੇ ਨਜ਼ਰ ਦੌੜਦੀ ਉਹਦੀ। ਉਹ ਤਾਂ ਚੁੱਪਚਾਪ ਇੱਕ ਹੀ ਪਾਸੇ ਦੇਖਦਾ ਹੋਇਆ ਖੜਾ ਹੈ। ਭਾਲਣ ਵਾਲਾ ਆਦਮੀ ਇੱਕ ਪਾਸੇ ਨਹੀਂ ਦੇਖਦਾ, ਸਭ ਪਾਸੇ ਦੇਖਦਾ ਹੈ। ਲੇਕਿਨ ਤੀਜੇ ਆਦਮੀ ਨੇ ਕਿਹਾ, ਤੁਹਾਡੀ ਗੱਲ ਮੈਨੂੰ ਠੀਕ ਨਹੀਂ ਲੱਗਦੀ। ਗੱਲਾਂ ਦੀ ਦੁਨੀਆ 'ਚ ਕਦੀ ਕੁਝ ਠੀਕ ਪਤਾ ਲੱਗਦਾ ਹੀ ਨਹੀਂ। ਉਸ ਤੀਜੇ ਆਦਮੀ ਨੇ ਕਿਹਾ, ਮੈਂ ਜਿੱਥੋਂ ਤੱਕ ਸਮਝਦਾ ਕਦੀ ਕਦੀ ਇੰਜ ਹੁੰਦਾ ਹੈ ਕਿ ਉਹ ਆਪਣਾ ਦੋਸਤ ਨਾਲ ਲਿਆਉਂਦਾ ਹੈ, ਮਿੱਤਰ ਪਿੱਛੇ ਰਹਿ ਜਾਂਦਾ ਤਾਂ ਉਹ ਖੜਾ ਹੋ ਕੇ ਉਹਦੀ ਉਡੀਕ ਕਰਦਾ ਹੋਏਗਾ। ਉਸ ਪਹਿਲੇ ਆਦਮੀ ਨੇ ਕਿਹਾ, ਨਹੀਂ, ਇਹ ਠੀਕ ਨਹੀਂ, ਕਿਉਂਕਿ ਜੇ ਕੋਈ ਕਿਸੇ ਦੀ ਉਡੀਕ ਕਰਦਾ ਹੋਵੇ ਤਾਂ ਕਦੀ ਕਦੀ ਪਿੱਛੇ ਪਰਤ ਕੇ ਵੀ ਦੇਖਦਾ ਹੈ। ਉਹ ਪਿੱਛੇ ਪਰਤ ਕੇ ਦੇਖ ਹੀ ਨਹੀਂ ਰਿਹਾ। ਤਾਂ ਦੋਹਾਂ ਨੇ ਪੁੱਛਿਆ ਕਿ ਤੁਸੀਂ ਕੀ ਕਹਿੰਦੇ ਹੋ? ਉਸ ਆਦਮੀ ਨੇ ਕਿਹਾ, ਜਿੱਥੋਂ ਤੱਕ ਮੈਂ ਸੋਚਦਾ, ਹੁਣ ਮਜ਼ਾ ਇਹ ਹੈ ਕਿ ਤਿੰਨੇ ਸੋਚ ਹੀ ਸਕਦੇ ਹਨ, ਕਿਉਂਕਿ ਉਹ ਆਦਮੀ ਕੀ ਕਰ ਰਿਹਾ ਹੈ ਇਹ ਉਹੀ ਜਾਣ ਸਕਦਾ ਹੈ। ਬਾਹਰ ਤੋਂ ਤਾਂ ਸਿਰਫ ਸੋਚਿਆ ਹੀ ਜਾ ਸਕਦਾ ਹੈ। ਉਸ ਤੀਜੇ ਨੇ ਕਿਹਾ, ਜਿੱਥੋਂ ਤੱਕ ਮੈਂ ਸਮਝਦਾ ਉਹ ਭਗਵਾਨ ਦਾ ਜਾਪ ਕਰ ਰਿਹਾ। ਤਾਂ ਉਹਨਾਂ ਤਿੰਨਾਂ ਨੇ ਕਿਹਾ, ਬੜੀ ਮੁਸ਼ਕਿਲ ਹੋ ਗਈ। ਸਾਨੂੰ ਤਿੰਨਾਂ ਨੂੰ ਪਹਾੜ ਤੇ ਚੜ੍ਹਨਾ ਪਏਗਾ ਤੇ ਉਸ ਆਦਮੀ ਤੋਂ ਪੁੱਛਣਾ ਪਏਗਾ ਕਿ ਉਹ ਕੀ ਕਰ ਰਿਹਾ। ਹੁਣ ਬੜੇ ਮਜ਼ੇ ਦੀ ਗੱਲ ਹੈ ਕਿ ਦੂਜਾ ਆਦਮੀ ਕੁਝ ਵੀ ਕਰ ਰਿਹਾ ਹੋਵੇ। 3 ਆਦਮੀਆਂ ਨੂੰ ਪਹਾੜ ਚੜ੍ਹਨ ਦੀ ਕੋਈ ਲੋੜ ਨਹੀਂ ਹੈ, ਲੇਕਿਨ ਦੂਜਾ ਕੀ ਕਰ ਰਿਹਾ ਉਹਨੂੰ ਜਾਣਨ ਲਈ ਕੋਈ ਵੀ ਐਵਰੈਸਟ ਚੜ੍ਹ ਸਕਦਾ ਹੈ। ਅਸੀਂ ਖੁਦ ਕੀ ਕਰ ਰਹੇ ਹਾਂ ਉਹਨੂੰ ਜਾਣਨ ਦਾ ਸਾਨੂੰ ਕੋਈ ਫਿਕਰ ਨਹੀਂ, ਦੂਜਾ ਕੀ ਕਰ ਰਿਹਾ। ਉਹ ਤਿੰਨੋਂ ਪਹਾੜ ਤੇ ਚੜ੍ਹੇ, ਥੱਕ ਗਏ, ਪਸੀਨਾ ਉਹਨਾਂ ਦੇ ਮੱਥੇ ਤੇ ਆ ਗਿਆ। ਉਸ ਆਦਮੀ ਕੋਲ ਪਹੁੰਚੇ। ਪਹਿਲੇ ਆਦਮੀ ਨੇ ਆ ਕੇ ਕਿਹਾ ਕਿ ਸ਼੍ਰੀਮਾਨ ਜੀ, ਜਿੱਥੋਂ ਤੱਕ ਮੈਂ ਸੋਚਦਾ ਤੁਹਾਡੀ ਗਾਂ ਗੁੰਮ ਹੋ ਗਈ ਹੈ, ਤੁਸੀਂ ਭਾਲ ਰਹੇ ਹੋ। ਉਸ ਆਦਮੀ ਨੇ ਅੱਖ ਖੋਲ੍ਹੀ। ਉਹਨੇ ਕਿਹਾ, ਮੇਰਾ ਕੁਝ ਹੈ ਹੀ ਨਹੀਂ, ਇਸ ਦੁਨੀਆ 'ਚ ਗੁੰਮੇਗਾ ਕਿਵੇਂ? ਤੇ ਜਦੋਂ ਗੁੰਮੇਗਾ ਹੀ ਨਹੀਂ ਤਾਂ ਭਾਲਾਂਗਾ ਕਿਵੇਂ? ਮਾਫ਼ ਕਰੋ, ਮੈਂ ਕੁਝ ਵੀ ਨਹੀਂ ਭਾਲ ਰਿਹਾ। ਦੂਜਾ ਆਦਮੀ ਹਿੰਮਤ ਕਰਕੇ ਅੱਗੇ ਆਇਆ। ਉਹਨੇ ਕਿਹਾ, ਜਿੱਥੋਂ ਤੱਕ ਮੈਂ ਸੋਚਦਾ ਤੁਸੀਂ ਭਾਲ ਨਹੀਂ ਰਹੇ ਹੋ, ਲੇਕਿਨ ਤੁਹਾਡਾ ਮਿੱਤਰ ਪਿੱਛੇ ਰਹਿ ਗਿਆ ਹੋਏਗਾ, ਤੁਸੀਂ ਉਹਦੀ ਉਡੀਕ ਕਰ ਰਹੇ ਹੋ। ਸਹੀ ਕਹਿ ਰਿਹਾ ਨਾ ਮੈਂ? ਉਸ ਆਦਮੀ ਨੇ ਕਿਹਾ, ਨਾ ਮੇਰਾ ਕੋਈ ਮਿੱਤਰ ਹੈ, ਨਾ ਮੇਰਾ ਕੋਈ ਦੁਸ਼ਮਣ ਹੈ। ਪਿੱਛੇ ਰਹੇਗਾ ਕੌਣ? ਉਡੀਕ ਕਿਸ ਦੀ ਕਰਾਂਗਾ? ਮੈਂ ਕਿਸੇ ਦੀ ਉਡੀਕ ਨਹੀਂ ਕਰ ਰਿਹਾ। ਤੀਜੇ ਆਦਮੀ ਨੇ ਸੋਚਿਆ, ਜਿੱਤ ਮੇਰੀ ਯਕੀਨੀ ਹੈ। ਉਹ ਤੀਜਾ ਆਦਮੀ ਅੱਗੇ ਹੋਇਆ ਤੇ ਉਹਨੇ ਕਿਹਾ ਕਿ ਮੈਂ ਸੋਚਦਾ ਤੁਸੀਂ ਪਰਮਾਤਮਾ ਦਾ ਜਾਪ ਕਰ ਰਹੇ ਹੋ। ਉਹ ਫਕੀਰ ਹੱਸਣ ਲੱਗਿਆ। ਉਹਨੇ ਕਿਹਾ, ਮੈਨੂੰ ਪਰਮਾਤਮਾ ਦਾ ਕੋਈ ਪਤਾ ਨਹੀਂ, ਮੈਨੂੰ ਅਜੇ ਆਪਣਾ ਹੀ ਪਤਾ ਨਹੀਂ, ਮੈਂ ਪਰਮਾਤਮਾ ਨੂੰ ਯਾਦ ਕਿਵੇਂ ਕਰਾਂਗਾ। ਤਾਂ ਉਹਨਾਂ ਤਿੰਨਾਂ ਨੇ ਪੁੱਛਿਆ, ਫਿਰ ਤੁਸੀਂ ਕਰ ਕੀ ਰਹੇ ਹੋ? ਉਸ ਆਦਮੀ ਨੇ ਕਿਹਾ, ਮੈਂ ਕੁਝ ਵੀ ਨਹੀਂ ਕਰ ਰਿਹਾ,
ਮੈਂ ਸਿਰਫ ਹਾਂ। ਉਸ ਆਦਮੀ ਨੇ ਕਿਹਾ, ਮੈਂ ਕੁਝ ਕਰ ਹੀ ਨਹੀਂ ਰਿਹਾ, ਮੈਂ ਸਿਰਫ ਹਾਂ। ਤੇ ਉਸ ਆਦਮੀ ਨੇ ਕਿਹਾ, ਹੋਣਾ ਇੰਨਾ ਆਨੰਦਦਾਈ ਹੈ, ਸਿਰਫ ਹੋਣਾ। ਜਿਨ੍ਹਾਂ ਲੋਕਾਂ ਨੇ ਸੱਚ ਨੂੰ ਜਾਣਿਆ ਹੈ, ਪ੍ਰੇਮ ਨੂੰ, ਪਰਮਾਤਮਾ ਨੂੰ, ਕੋਈ ਵੀ ਨਾਂ ਦੇ ਦਿਓ, ਮੁਕਤੀ ਨੂੰ, ਮੋਕਸ਼ ਨੂੰ, ਉਹਨਾਂ ਸਭਨਾਂ ਨੇ ਉਸ ਪਲ ਵਿੱਚ ਜਾਣਿਆ ਜਦੋਂ ਬਾਹਰ ਦੀ ਸਾਰੀ ਕਿਰਿਆ ਗੁੰਮ ਗਈ, ਅੰਦਰ ਵੀ ਵਿਚਾਰ ਦੀ ਸਾਰੀ ਕਿਰਿਆ ਗੁੰਮ ਗਈ। ਜਦੋਂ ਕਿਰਿਆ ਹੀ ਗੁੰਮ ਗਈ, ਸਭ ਸੰਨਾਟਾ ਛਾ ਗਿਆ ਤੇ ਸਿਰਫ ਹੋਣਾ ਮਾਤਰ ਰਹਿ ਗਿਆ, ਜਸਟ ਐਗਜ਼ਿਸਟੈਂਸ। ਉਸ ਪਲ 'ਚ ਅਸੀਂ ਜੁੜ ਜਾਂਦੇ ਹਾਂ ਸਭ ਨਾਲ, ਵਿਰਾਟ ਨਾਲ। ਤੇ ਜਦੋਂ ਤੱਕ ਵਿਚਾਰ ਦੀ ਸਰਗਰਮੀ ਹੈ, ਤਦ ਤੱਕ ਟੁੱਟੇ ਰਹਿੰਦੇ ਹਾਂ, ਜੁੜ ਨਹੀਂ ਸਕਦੇ। ਤਾਂ ਮੈਨੂੰ ਤੁਸੀਂ ਗਲਤੀ ਨਾਲ ਬੁਲਾ ਲਿਆ, ਇੰਨਾ ਸਮਾਂ ਵੀ ਮੈਂ ਤੁਹਾਡਾ ਲਿਆ, ਇਹਦੇ ਲਈ ਮਾਫੀ ਮੰਗਣ ਦੇ ਸਿਵਾਏ ਹੋਰ ਕੋਈ ਤਰੀਕਾ ਨਹੀਂ। ਮੈਂ ਕੋਈ ਵਿਚਾਰਕ ਨਹੀਂ ਹਾਂ, ਨਾ ਚਾਹੁੰਦਾ ਕਿ ਕੋਈ ਵਿਚਾਰਕ ਹੋਵੇ। ਸਿੱਧ ਪੁਰਸ਼ ਚਾਹੀਦਾ ਹੈ, ਦ੍ਰਿਸ਼ਟੀ ਚਾਹੀਦੀ ਹੈ, ਉਹ ਅੱਖ ਚਾਹੀਦੀ ਹੈ ਅੰਦਰ, ਜਿਸ ਰਾਹੀਂ ਜੀਵਨ ਦੇ ਪਰਮ ਸੱਚ ਦਾ ਅਨੁਭਵ ਹੁੰਦਾ ਹੈ। ਮੇਰੀਆਂ ਗੱਲਾਂ ਨੂੰ ਇੰਨੇ ਪ੍ਰੇਮ ਤੇ ਸ਼ਾਂਤੀ ਨਾਲ ਸੁਣਿਆ, ਉਸ ਲਈ ਮੈਂ ਸ਼ੁਕਰਗੁਜ਼ਾਰ ਹਾਂ। ਤੇ ਅੰਤ ਵਿੱਚ ਸਭ ਦੇ ਅੰਦਰ ਬੈਠੇ ਪਰਮਾਤਮਾ ਨੂੰ ਪ੍ਰਣਾਮ ਕਰਦਾ। ਮੇਰਾ ਪ੍ਰਣਾਮ ਸਵੀਕਾਰ ਕਰੋ। ਧੰਨਵਾਦ।